ਮੈਨੂੰ ਤੁਸੀਂ ਇਤਿਹਾਸ ਦੇ ਵਿੱਚੋਂ ਇੱਕ ਵੀ ਐਗਜ਼ਾਮਪਲ ਲੱਭ ਕੇ ਵਿਖਾ ਦਿਵੋ। ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਿ ਇਹੋ ਜਿਹੇ ਲੋਕ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਖਾਲਿਸਤਾਨੀ ਦੱਸਦੇ ਨੇ, ਇਹ ਸਿੱਖੀ ਦੇ ਸਭ ਤੋਂ ਵੱਡੇ ਦੁਸ਼ਮਣ ਨੇ, ਇਹ ਪੰਜਾਬ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਕਿਸੇ ਦੇ ਧਰਮ ਸਥਾਨ ਦੇ ਉੱਤੇ ਕਾਲਖ ਪੋਤ ਦੇਣੀ, ਨਾਰੇ ਲਿਖ ਦੇਣੇ, ਕਿਸੇ ਆਮ ਲੋਕਾਂ ਨੂੰ ਧਮਕੀਆਂ ਦੇਣੀਆਂ, ਇੱਕ ਦੇਸ਼ ਦੇ ਝੰਡੇ ਨੂੰ ਪੈਰਾਂ ਥੱਲੇ ਸੁੱਟ ਦੇਣਾ, ਸਾੜ ਦੇਣਾ, ਕਿ ਇਹ ਸਿੱਖੀ ਦੇ ਸਿਧਾਂਤ ਨੇ। ਹੁਣ ਇਸ ਵੀਡੀਓ ਦਾ ਸਭ ਤੋਂ ਜ਼ਰੂਰੀ ਪਾਰਟ, ਬਾਹਰ ਬੈਠੇ ਹੋਏ ਸਿੱਖ ਹਿਤੈਸ਼ੀ ਆਪਣੇ ਆਪ ਨੂੰ ਖਾਲਿਸਤਾਨੀ ਲੀਡਰ ਕਹਿਣ ਵਾਲਿਆਂ ਦੇ ਉੱਤੇ ਅਸੀਂ ਗੱਲ ਕਰਾਂਗੇ। ਉਹਨਾਂ ਦੇ ਚਿਹਰਿਆਂ ਦੇ ਉੱਤੇ ਜਿਹੜੇ ਨਕਾਬ ਚੜਾਈ ਬੈਠੇ ਨੇ ਉਹਨਾਂ ਨੂੰ ਲਾਉਣ ਦੀ ਕੋਸ਼ਿਸ਼ ਕਰਾਂਗੇ। ਹਰਦੀਪ ਸਿੰਘ ਨਿੱਜਰ, ਗੁਰਪਤਵੰਤ ਸਿੰਘ ਪੰਨੂ ਤੇ ਇਹੋ ਜਿਹੇ ਹੋਰ ਸੰਗਠਨ ਤੇ ਲੋਕ ਜਿਹੜੇ ਪੰਜਾਬ ਤੋਂ ਬਾਹਰ ਵਿਦੇਸ਼ਾਂ ਦੀ ਧਰਤੀਆਂ ਦੇ ਉੱਤੇ ਬਹਿ ਕੇ ਪੰਜਾਬ ਨੂੰ ਆਜ਼ਾਦ ਕਰਨ ਦੀ ਲੜਾਈ ਲੜ ਰਹੇ ਨੇ। ਸਭ ਤੋਂ ਪਹਿਲੀ ਗੱਲ, ਇਹ ਕਿਹੋ ਜਿਹੀ ਲੜਾਈ ਹੈ ਜਿਹੜੀ ਆਪਣੇ ਦੇਸ਼ ਤੋਂ ਬਾਹਰ ਜਾ ਕੇ ਲੜੀ ਜਾ ਰਹੀ ਹੈ। ਤੁਸੀਂ ਲੜ ਪੰਜਾਬ ਲਈ ਰਹੇ ਹੋ ਤੇ ਬੈਠੇ ਤੁਸੀਂ ਵਿਦੇਸ਼ਾਂ ਦੇ ਵਿੱਚ, ਕਿ ਸਾਡੇ ਵਿੱਚ ਇੰਨੀ ਹਿੰਮਤ ਹੀ ਨਹੀਂ ਕਿ ਪੰਜਾਬ ਆ ਕੇ ਉਹਨਾਂ ਦੇ ਹੱਕਾਂ ਦੀ ਗੱਲ ਕੀਤੀ ਜਾ ਸਕੇ। ਇੱਕ ਐਸੇ ਮਾਹੌਲ ਦੇ ਵਿੱਚ ਜਿੱਥੇ ਤੁਹਾਨੂੰ ਸਰਕਾਰਾਂ ਦੀ ਸ਼ਹਿ ਪ੍ਰਾਪਤ ਹੋਵੇ ਤੇ ਤੁਹਾਨੂੰ ਪੰਜਾਬ ਤੋਂ ਬਾਹਰ ਰਹਿ ਕੇ ਕੁਝ ਵੀ ਕਹਿਣਾ ਹੋਵੇ ਬਹੁਤ ਸੌਖਾ ਹੈ। ਗੱਲ ਇਹ ਹੈ ਕਿ ਜਦੋਂ ਤੁਸੀਂ ਗਰਾਊਂਡ ਤੇ ਆ ਕੇ ਖੁਦ ਇੱਥੇ ਆ ਕੇ ਮਸਲਿਆਂ ਨੂੰ ਚੁੱਕਦੇ ਹੋ, ਉੱਥੇ ਤੁਹਾਡੀ ਬਹਾਦਰੀ ਦਾ ਪਤਾ ਲੱਗਦਾ ਜਿਹੜੀ ਇਹਨਾਂ ਲੋਕਾਂ ਵਿੱਚ ਹੈ ਹੀ ਨਹੀਂ। ਜੇ ਸਾਡੇ ਦੇਸ਼ ਦੀ ਗੋਦੀ ਮੀਡੀਆ ਇੰਡੀਅਨ ਗਵਰਨਮੈਂਟ ਦੀ ਪਿੱਠੂ ਬਣ ਕੇ ਕੰਮ ਕਰ ਰਹੀ ਹੈ ਤੇ ਇਹ ਲੋਕ ਜਿਹੜੇ ਆਪਣੇ ਆਪ ਨੂੰ ਸਿੱਖ ਹਿਤੈਸ਼ੀ ਦੱਸਦੇ ਨੇ, ਇਹ ਵੀ ਵੈਸਟਰਨ ਏਜੰਡੇ ਦੇ ਹਿਤੈਸ਼ੀ ਬਣ ਕੇ, ਉਹਨਾਂ ਦੇ ਪਿੱਠੂ ਬਣ ਕੇ ਇੰਡੀਆ ਜਾਂ ਪੰਜਾਬ ਦੇ ਖਿਲਾਫ ਕੰਮ ਕਰ ਰਹੇ ਨੇ। ਪੰਜਾਬ ਤੇ ਸਿੱਖੀ ਦੇ ਖਿਲਾਫ ਕਿਵੇਂ, ਇਹ ਮੈਂ ਅੱਗੇ ਤੁਹਾਨੂੰ ਦੱਸਦਾ। ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਿ ਇਹੋ ਜਿਹੇ ਲੋਕ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਖਾਲਿਸਤਾਨੀ ਦੱਸਦੇ ਨੇ, ਇਹ ਸਿੱਖੀ ਦੇ ਸਭ ਤੋਂ ਵੱਡੇ ਦੁਸ਼ਮਣ ਨੇ, ਇਹ ਪੰਜਾਬ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਆਪਣੇ ਆਪ ਨੂੰ ਖਾਲਿਸਤਾਨ ਦਾ ਪ੍ਰੈਜ਼ੀਡੈਂਟ ਮੰਨਣ ਵਾਲੇ ਗੁਰਪਤਵੰਤ ਸਿੰਘ ਪੰਨੂ ਦੇ ਤੁਸੀਂ ਜਦ ਸ਼ਕਲ ਵੇਖਦੇ ਹੋ ਕਿ ਇਹ ਸਿੱਖੀ ਸਰੂਪ ਦੇ ਉੱਤੇ ਕਾਇਮ ਹੈ, ਜਿਨ੍ਹਾਂ ਨੂੰ ਪੱਗ ਬੰਨਣ ਤੋਂ ਵੀ ਸ਼ਰਮ ਆਉਂਦੀ ਹੈ, ਜਿਨ੍ਹਾਂ ਨੂੰ ਸਰੂਪ ਰੱਖਣ ਤੋਂ ਵੀ ਸ਼ਰਮ ਆਉਂਦੀ ਹੈ, ਜਿਹੜਾ ਕਿ ਇੱਕ ਬੇਸਿਕ ਨੀਡ ਹੈ ਸਿੱਖੀ ਦੀ, ਇੱਕ ਸ਼ੁਰੂਆਤੀ ਪੁਆਇੰਟ ਹੈ ਸਿੱਖੀ ਦਾ। ਜਦੋਂ ਤੁਸੀਂ ਉਸ ਤੇ ਹੀ ਪੂਰੇ ਨਹੀਂ ਉਤਰੇ ਤਾਂ ਤੁਸੀਂ ਕੀ ਗੱਲ ਕਰ ਰਹੇ ਹੋ। ਹੁਣ ਕੋਈ ਕਹੇਗਾ ਜੀ ਉਹਨਾਂ ਦੀ ਇੰਟੈਂਸ਼ਨ ਵੇਖੋ। ਜੇ ਇੰਟੈਂਸ਼ਨ ਤੁਹਾਡੀ ਹੈ ਤੇ ਫਿਰ ਪੱਗ ਬੰਨਣ ਦੇ ਵਿੱਚ, ਦਾੜੀ ਕੇਸ ਰੱਖਣ ਵਿੱਚ ਕੀ ਸ਼ਰਮ ਹੈ? ਇੱਦਾਂ ਕੂਲ ਲੱਗਦੇ ਨੇ, ਸ਼ਾਇਦ ਤਾਂ ਕਰਕੇ ਕਰਦੇ ਹੋਣਗੇ। ਜੇ ਇਹਨਾਂ ਦੀਆਂ ਫਰਜ਼ੀ ਵੀਡੀਓ ਤੇ ਝੂਠੇ ਏਜੰਡੇ ਤੋਂ ਤੁਹਾਨੂੰ ਸਮਾਂ ਮਿਲ ਜਾਏ ਤੇ ਬਾਹਰ ਬਹਿ ਕੇ ਵੀ ਕਿਵੇਂ ਅੰਦੋਲਨ ਚਲਾਏ ਜਾਂਦੇ ਨੇ, ਉਹਨੂੰ ਅਗਰ ਤੁਸੀਂ ਜਾਣਨਾ ਹੋਵੇ ਤੇ ਗਦਰ ਮੂਵਮੈਂਟ ਨੂੰ ਵੇਖ ਲਵੋ। ਕਿਵੇਂ ਦੇਸ਼ ਵਿੱਚ ਆ ਕੇ ਗਦਰ ਕਰਨ ਦੇ ਲਈ ਉਹਨਾਂ ਨੇ ਬਾਹਰ ਬਹਿ ਕੇ ਸਨ ਫਰਾਂਸਿਸਕੋ ਵਰਗੇ ਥਾਵਾਂ ਨੂੰ ਕੇਂਦਰ ਬਣਾ ਕੇ, ਜਰਮਨ ਵਰਗੇ ਥਾਵਾਂ ਨੂੰ ਕੇਂਦਰ ਬਣਾ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਕਾਇਮ ਰੱਖਿਆ। ਉਹ ਪਰਫੈਕਟ ਐਗਜ਼ਾਮਪਲ ਹੈ। ਤੇ ਇਹੋ ਜਿਹੇ ਲੋਕ ਜਿਹੜੇ ਮੌਸਮੀ ਡੱਡੂ ਬਣ ਕੇ ਉਦੋਂ ਸਾਹਮਣੇ ਆਉਂਦੇ ਨੇ ਜਦੋਂ ਇਹਨਾਂ ਦੇ ਆਕਾ ਪਿੱਛੋਂ ਇਹਨਾਂ ਨੂੰ ਧੱਕਾ ਲਾਉਂਦੇ ਨੇ ਕਿ ਜਾਓ ਜਾ ਕੇ ਭੜਕਾਊ ਬਿਆਨ ਦਵੋ। ਇਸ ਤਰੀਕੇ ਨਾਲ ਅੰਦੋਲਨ ਨਹੀਂ ਚੱਲਦੇ। ਸਭ ਤੋਂ ਵੱਡੀ ਚੀਜ਼ ਜਿਹੜੇ ਇਹ ਸੋ ਕਾਲਡ ਖਾਲਿਸਤਾਨੀ ਕਰ ਰਹੇ ਨੇ, ਉਹ ਹੈ ਇੱਕ ਸਮੁਦਾਇ, ਇੱਕ ਧਰਮ ਦੇ ਖਿਲਾਫ ਸਿੱਖਾਂ ਦੇ ਅੰਦਰ ਨਫ਼ਰਤ ਪੈਦਾ ਕਰਨੀ। ਇਹ ਸਭ ਤੋਂ ਵੱਡੀ ਚੀਜ਼ ਹੈ ਤੇ ਸਿੱਖੀ ਸਿਧਾਂਤਾਂ ਤੋਂ ਸਭ ਤੋਂ ਦੂਰ ਜਾਂਦੀ ਹੈ। ਮੈਨੂੰ ਤੁਸੀਂ ਇਤਿਹਾਸ ਦੇ ਵਿੱਚੋਂ ਇੱਕ ਵੀ ਐਗਜ਼ਾਮਪਲ ਲੱਭ ਕੇ ਵਿਖਾ ਦਿਵੋ। ਉਹ ਦੌਰ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾ ਰਹੇ ਸਨ, ਜਦੋਂ ਹਰ ਮੋੜ ਦੇ ਉੱਤੇ ਟਕੂਏ ਲੈ ਕੇ ਲੋਕ ਖੜੇ ਸਨ ਕਿ ਕੋਈ ਸਿੱਖ ਮਿਲੇ ਉਹਦਾ ਸਿਰ ਕਲਮ ਕਰਕੇ ਅਸੀਂ ਵੇਚ ਦਈਏ। ਉਸ ਹਾਲਾਤਾਂ ਵਿੱਚੋਂ ਲੰਘਣ ਤੋਂ ਬਾਅਦ ਵੀ ਸਿੱਖਾਂ ਨੇ ਜਦੋਂ ਆਪਣਾ ਰਾਜ ਕਾਇਮ ਕੀਤਾ, ਕਿਸੇ ਨਿਰਦੋਸ਼ ਮੁਸਲਮਾਨ ਨੂੰ, ਕਿਸੇ ਨਿਰਦੋਸ਼ ਹਿੰਦੂ ਨੂੰ ਉਹਨਾਂ ਨੇ ਕਤਲ ਨਹੀਂ ਕੀਤਾ। ਉਹਨਾਂ ਕੋਲੋਂ, ਆਮ ਲੋਕਾਂ ਕੋਲੋਂ ਬਦਲੇ ਨਹੀਂ ਲਏ। ਉਹਨਾਂ ਦੀ ਲੜਾਈ ਸਰਕਾਰਾਂ ਨਾਲ ਸੀ, ਹਕੂਮਤਾਂ ਨਾਲ ਸੀ, ਉਹਨਾਂ ਨਾਲੋਂ ਲਗਾਤਾਰ ਲੜਦੇ ਰਹੇ। ਤੇ ਦੂਜੇ ਪਾਸੇ ਇਹ ਲੋਕ ਨੇ ਜਿਹੜੇ ਸਰਕਾਰ ਤੋਂ ਡਰਦੇ ਨੇ, ਭਾਰਤ ਆਉਣ ਤੋਂ ਡਰਦੇ ਨੇ, ਤੇ ਦੂਜੇ ਪਾਸੇ ਆਮ ਭੋਲੇ ਭਾਲੇ ਲੋਕ ਇੰਡੀਅਨਸ ਜਿਹੜੇ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਡਰਾਉਂਦੇ ਨੇ, ਕੈਨੇਡਾ ਛੱਡ ਜਾਣ ਦੀ ਗੱਲ ਕਰਦੇ ਨੇ, ਮੰਦਿਰਾਂ ਦੇ ਉੱਤੇ ਅਟੈਕ ਕਰਦੇ ਨੇ। ਦੂਜੇ ਪਾਸੇ ਸਿੱਖ ਰਾਜ ਦੇ ਨਾਇਕ ਮਹਾਰਾਜਾ ਰਣਜੀਤ ਸਿੰਘ ਸਨ, ਜਿਹੜੇ ਨਾ ਸਿਰਫ ਦਰਬਾਰ ਸਾਹਿਬ ਬਲਕਿ ਲਾਹੌਰ ਦੇ ਵਿੱਚ ਮਸਜਿਦਾਂ ਨੂੰ ਵੀ ਤੇ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਵੀ ਸੋਨਾ ਦਾਨ ਕਰਦੇ ਨੇ। ਕਿੱਥੋਂ ਰੀਸ ਕਰ ਲੈਣਗੇ ਇਹ ਉਸ ਖਾਲਸਾ ਰਾਜ ਦੀ, ਜਿਸ ਖਾਲਸਾ ਰਾਜ ਦੇ ਕਦਮਾਂ ਉੱਤੇ ਚੱਲਣ ਦੀ ਇਹ ਗੱਲ ਕਰ ਰਹੇ ਨੇ। ਕਿਸੇ ਦੇ ਧਰਮ ਸਥਾਨ ਦੇ ਉੱਤੇ ਕਾਲਖ ਪੋਤ ਦੇਣੀ, ਨਾਰੇ ਲਿਖ ਦੇਣੇ, ਕਿਸੇ ਆਮ ਲੋਕਾਂ ਨੂੰ ਧਮਕੀਆਂ ਦੇਣੀਆਂ, ਇੱਕ ਦੇਸ਼ ਦੇ ਝੰਡੇ ਪੈਰਾਂ ਥੱਲੇ ਸੁੱਟ ਦੇਣਾ, ਸਾੜ ਦੇਣਾ, ਕਿ ਇਹ ਸਿੱਖੀ ਦੇ ਸਿਧਾਂਤ ਨੇ। ਗੱਲ ਇਹ ਹੈ ਕਿ ਜਿਹੜਾ ਕਰਤਾਰ ਦੇ ਵਿੱਚ ਪਤਨ ਆਇਆ ਉਹ ਇੱਥੇ ਸਾਫ਼-ਸਾਫ਼ ਦਿਖ ਰਿਹਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਇੱਕ ਘਟਨਾ ਬਹੁਤ ਪਿਆਰੀ ਹੁੰਦੀ ਹੈ ਕਿ ਜੰਗੇ ਮੈਦਾਨ ਦੇ ਵਿੱਚ ਲੜਦੇ ਹੋਏ ਸਿੱਖਾਂ ਦੇ ਹੱਥ ਇੱਕ ਮੁਸਲਮਾਨ ਔਰਤ ਲੱਗੀ। ਸਿੱਖਾਂ ਨੇ ਲਿਆ ਕੇ ਉਹ ਗੁਰੂ ਸਾਹਿਬ ਸਾਹਮਣੇ ਪੇਸ਼ ਕੀਤੀ ਤੇ ਉੱਥੇ ਕੁਝ ਲੋਕਾਂ ਨੇ ਦਲੀਲ ਦਿੱਤੀ ਕਿ ਸਾਡੀਆਂ ਬਹੁ ਬੇਟੀਆਂ ਨੂੰ ਜਦੋਂ ਮੁਸਲਮਾਨ ਜਾਂ ਇਸ ਮੁਗਲ ਜੰਗਾਂ ਦੇ ਵਿੱਚ ਫੜ ਲੈਂਦੇ ਨੇ ਤੇ ਉਹ ਬਹੁਤ ਕੁਝ ਕਰਦੇ ਨੇ, ਬੇਪੱਤੀ ਕਰਦੇ ਨੇ ਇਹਨਾਂ ਦੀ, ਤੇ ਜੰਗ ਦੇ
ਵਿੱਚ ਮੰਨਿਆ ਜਾਂਦਾ ਕਿ ਸਭ ਕੁਝ ਜਾਇਜ਼ ਹੁੰਦਾ ਹੈ, ਕਿ ਸਾਨੂੰ ਇਹਦੇ ਨਾਲ ਇਹੀ ਵਿਵਹਾਰ ਨਹੀਂ ਕਰਨਾ ਚਾਹੀਦਾ। ਤੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਇਤਿਹਾਸ ਵਿੱਚ ਦਰਜ ਨੇ। ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਸ ਸਿੱਖ ਕਿਰਦਾਰ ਨੂੰ ਬਣਾਉਣ ਦੇ ਵਿੱਚ ਇੰਨਾ ਸਮਾਂ ਲਾ ਦਿੱਤਾ ਹੈ, ਉਹ ਸਿੱਖ ਕਿਰਦਾਰ ਇਹੋ ਜਿਹੀ ਛੋਟੀਆਂ ਤੇ ਕੋਝੀਆਂ ਹਰਕਤਾਂ ਨਹੀਂ ਕਰਦਾ, ਉਹ ਇੱਕ ਵੱਡੇ ਟੀਚੇ ਨੂੰ ਆਪਣੇ ਦਿਮਾਗ ਵਿੱਚ ਲੈ ਕੇ ਤੁਰਦਾ ਹੈ। ਇਹ ਚੀਜ਼ ਨੇ ਹੀ ਸਿੱਖਾਂ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ, ਇੱਕ ਵੱਖਰਾ ਕਿਰਦਾਰ ਦਿੱਤਾ ਕਿ ਉਹ ਜ਼ੁਲਮ ਦੇ ਖਿਲਾਫ ਸਨ, ਆਮ ਲੋਕਾਂ ਦੇ ਖਿਲਾਫ ਨਹੀਂ ਸਨ। ਉਹ ਐਟਰੋਸਿਟੀਜ਼ ਦਾ ਮੁਕਾਬਲਾ ਜ਼ਰੂਰ ਕਰ ਰਹੇ ਸਨ, ਪਰ ਉਹ ਆਮ ਲੋਕਾਂ ਨਾਲ ਨਫ਼ਰਤ ਨਹੀਂ ਸਨ ਕਰ ਰਹੇ। ਤੇ ਇਹੋ ਜਿਹੇ ਲੋਕ ਜਿਹੜੇ ਮੰਦਿਰਾਂ ਦੇ ਉੱਤੇ ਅਟੈਕ ਕਰਕੇ, ਜਿਹੜੇ ਦੇਸ਼ ਦੇ ਝੰਡੇ ਨੂੰ ਸਾੜ ਕੇ ਸੋ ਕੂਲ ਬਣ ਰਹੇ ਨੇ ਤੇ ਆਪਣੇ ਆਪ ਨੂੰ ਸਿੱਖ ਹਿਤੈਸ਼ੀ ਦੱਸ ਰਹੇ ਨੇ, ਬਹੁਤ ਵੱਡੇ ਬਹਾਦਰੀ ਉਹਦੇ ਦੱਸ ਰਹੇ ਨੇ, ਇਤਿਹਾਸ ਇਹਨਾਂ ਦੇ ਮੂੰਹ ਦੇ ਉੱਤੇ ਇੱਕ ਬਹੁਤ ਕਰਾਰੀ ਚਪੇਟ ਹੈ। ਜੇ ਤੁਸੀਂ ਇਹਨਾਂ ਨੂੰ ਸਵਾਲ ਕਰੋ ਕਿ ਤੁਹਾਡਾ ਏਜੰਡੇ ਦਾ ਤੁਹਾਡੇ ਕੋਲ ਪਲਾਨ ਕੀ ਹੈ, ਇਹਨਾਂ ਕੋਲ ਕਿਸੇ ਵੀ ਤਰੀਕੇ ਦਾ ਕੋਈ ਪਲਾਨ ਨਹੀਂ। ਇਹ ਸਿਰਫ ਆਪਣੇ ਆਕਾ ਦੀ, ਆਪਣੇ ਪਿੱਛੇ ਕੰਮ ਕਰਦੀਆਂ ਏਜੰਸੀਆਂ ਦੇ ਇਸ਼ਾਰੇ ਦੇ ਉੱਤੇ ਕੰਮ ਕਰਦੇ ਨੇ। ਇਹਨਾਂ ਦੀ ਆਪਣੀ ਕੋਈ ਸੋਚ ਨਹੀਂ। ਇਹ ਫੰਡ ਇਕੱਠੇ ਕਰਕੇ ਆਪਣੇ ਬੱਚਿਆਂ ਦੇ ਲਈ ਇੱਕ ਫਿਊਚਰ ਸਿਕਿਉਰ ਕਰ ਰਹੇ ਨੇ ਤੇ ਦੂਜੇ ਪਾਸੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ, ਉਹਨਾਂ ਦੇ ਪੁੱਤਰਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜਿੰਨਾ ਹੋ ਸਕਦਾ ਇਹਨਾਂ ਝੂਠੇ ਤੇ ਗੱਦਾਰ ਲੋਕਾਂ ਤੋਂ ਬਚੋ। ਅਸਲ ਦੇ ਵਿੱਚ ਅਸੀਂ ਸਿੱਖ ਪੰਜਾਬੀ ਬਹੁਤ ਭਾਵੁਕ ਹਾਂ। ਜਦੋਂ ਕੋਈ ਸਾਡੇ ਲਈ ਹਮਦਰਦੀ ਦਿਖਾਉਂਦਾ, ਅਸੀਂ ਝੱਟ ਉਹਦੇ ਮਗਰ ਹੋ ਤੁਰਦੇ ਹਾਂ। ਆਬਜੈਕਟਿਵ ਹੋ ਕੇ ਅਸੀਂ ਸੋਚਦੇ ਹੀ ਨਹੀਂ, ਵਿਵੇਕ ਲੈ ਕੇ ਅਸੀਂ ਸੋਚਦੇ ਨਹੀਂ। ਇਸੇ ਕਰਕੇ ਆਏ ਦਿਨ ਕੋਈ ਨਾ ਕੋਈ ਨਵਾਂ ਹੀਰੋ, ਕੋਈ ਨਾ ਕੋਈ ਨਵਾਂ ਲੀਡਰ ਸਾਨੂੰ ਠੱਗ ਕੇ ਆਪਣੇ ਰਾਹ ਤੁਰ ਜਾਂਦਾ ਹੈ। ਇਹੀ ਸਭ ਇਹ ਲੋਕ ਵੀ ਕਰ ਰਹੇ ਨੇ। ਆਮ ਪੰਜਾਬੀਆਂ ਦੇ ਕੋਲੋਂ, ਆਮ ਸਿੱਖਾਂ ਦੇ ਕੋਲੋਂ ਕਰੋੜਾਂ ਰੁਪਏ ਉਗਰਾ ਕੇ ਇਹ ਆਪਣੇ ਘਰ ਪਰ ਰਹੇ ਨੇ, ਆਪਣੀ ਪ੍ਰਾਪਰਟੀਆਂ ਵਧਾ ਰਹੇ ਨੇ। ਜਦੋਂ ਵੀ ਕੋਈ ਮੇਰੇ ਵਰਗਾ ਇਹਨਾਂ ਦੇ ਖਿਲਾਫ ਬੋਲਦਾ ਹੈ, ਇਹਨਾਂ ਦੇ ਝੂਠੇ ਨਕਾਬ ਨੂੰ ਪਾੜਨ ਦੀ ਕੋਸ਼ਿਸ਼ ਕਰਦਾ ਹੈ, ਉਦੋਂ ਫਿਰ ਗੱਦਾਰ ਦਾ ਲੈਵਲ ਦੇ ਦਿੱਤਾ ਜਾਂਦਾ ਹੈ। ਇਹ ਸਾਡੇ ਦੇਸ਼ ਦੇ ਵਿੱਚ ਇੱਕ ਟ੍ਰੈਂਡ ਬਣ ਚੁੱਕਿਆ ਹੈ। ਜੇ ਤੁਸੀਂ ਇਹੋ ਜਿਹੇ ਲੋਕਾਂ ਦਾ ਨਕਾਬ ਲਾਓਗੇ, ਤੁਹਾਨੂੰ ਸਿੱਖ ਵਿਰੋਧੀ ਕਹਿ ਦਿੱਤਾ ਜਾਏਗਾ। ਜੇ ਤੁਸੀਂ ਭਾਰਤ ਸਰਕਾਰ ਦਾ ਨਕਾਬ ਲਾਓਗੇ ਤੇ ਉਹ ਤੁਹਾਨੂੰ ਖਾਲਿਸਤਾਨੀ ਕਹਿ ਦੇਣਗੇ। ਆਪਣੇ ਹੱਕਾਂ ਦੇ ਲਈ ਬੋਲਣਾ ਸਾਨੂੰ ਆਉਣਾ ਚਾਹੀਦਾ ਹੈ ਤੇ ਗਲਤ ਨੂੰ ਗਲਤ ਕਹਿਣ ਦੀ ਸਾਡੇ ਅੰਦਰ ਹਿੰਮਤ ਹੋਣੀ ਚਾਹੀਦੀ ਹੈ। ਜਿਸ ਦੌਰ ਵਿੱਚ ਅਸੀਂ ਜੋ ਰਹੇ ਹਾਂ, ਵਾਇਲੈਂਸ ਦੇ ਨਾਲ ਕੋਈ ਵੀ ਜੰਗ ਨਹੀਂ ਜਿੱਤੀ ਜਾ ਸਕਦੀ। ਐਡਾ ਵੱਡੇ ਮੂਵਮੈਂਟ ਜਿਹੜੇ ਮੁਸਲਮਾਨ ਅੱਤਵਾਦੀਆਂ ਨੇ ਸ਼ੁਰੂ ਕੀਤੇ ਇਸਲਾਮਿਕ ਸਟੇਟ ਬਣਾਉਣ ਵਾਸਤੇ, ਉਹਨਾਂ ਦਾ ਕੀ ਸਿੱਟਾ ਰਿਹਾ। ਮੈਂ ਇਸ ਗੱਲ ਦੀ ਗਾਰੰਟੀ ਲੈ ਸਕਦਾ, ਸ਼ਰਤ ਲਾ ਸਕਦਾ, ਕੋਈ ਵੀ ਐਕਸਟ੍ਰੀਮਿਸਟ, ਭਾਵੇਂ ਉਹ ਕਮਿਊਨਿਸਟ ਹੋਣ, ਭਾਵੇਂ ਉਹ ਸਿੱਖ ਅਲਗਾਵਵਾਦੀ ਹੋਣ, ਭਾਵੇਂ ਹਿੰਦੂ ਕੱਟੜਪੰਥੀ ਹੋਣ ਜਾਂ ਮੁਸਲਿਮ ਕੱਟੜਪੰਥੀ ਹੋਣ, ਇਹੋ ਜਿਹੇ ਮੂਵਮੈਂਟ ਕਦੀ ਵੀ ਅੱਜ ਦੇ ਦੌਰ ਦੇ ਵਿੱਚ ਸਫਲ ਨਹੀਂ ਹੋ ਸਕਦੇ। ਸਕਸੈਸ ਅੱਜ ਦੇ ਟਾਈਮ ਦੇ ਉੱਤੇ ਨਾਨ ਵਾਇਲੈਂਟ ਮੂਵਮੈਂਟਸ ਨੂੰ ਮਿਲਦੀ ਹੈ ਤੇ ਉਹਦਾ ਸਭ ਤੋਂ ਵੱਡਾ ਐਗਜ਼ਾਮਪਲ ਹੈ ਕਿਸਾਨ ਅੰਦੋਲਨ। ਇਹੋ ਜਿਹੇ ਲੋਕ ਆਪਣੀਆਂ ਮਾੜੀਆਂ ਕਰਤੂਤਾਂ ਦੇ ਨਾਲ ਸਿੱਖਾਂ ਦਾ ਨਾਮ ਬਦਨਾਮ ਕਰਦੇ ਨੇ ਪਏ ਨੇ। ਇਸ ਸਿੱਖੀ ਦੇ ਉੱਤੇ, ਸਿੱਖ ਕਿਰਦਾਰਾਂ ਦੇ ਉੱਤੇ ਕਲੰਕ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ। ਇਹਨਾਂ ਲੋਕਾਂ ਨੂੰ ਜਿੰਨੀ ਛੇਤੀ ਹੋ ਸਕਦਾ ਹੈ ਬੇਨਕਾਬ ਕਰਨ ਦੀ ਲੋੜ ਹੈ। ਜਦੋਂ ਆਮ ਸਿੱਖ ਇਹਨਾਂ ਨੂੰ ਸਵਾਲ ਪੁੱਛੇਗਾ, ਫਿਰ ਇਹਨਾਂ ਨੂੰ ਗੱਲਾਂ ਸਮਝ ਵਿੱਚ ਆਉਣਗੀਆਂ। ਜੇ ਤੁਸੀਂ ਸਿੱਖੀ ਸਿਧਾਂਤਾਂ ਨੂੰ ਖੁਦ ਪੜ੍ਹ ਲਵੋ, ਤੁਹਾਨੂੰ ਇਹਨਾਂ ਦਾ ਅਸਲ ਸੱਚ ਆਪਣੇ ਆਪ ਸਮਝ ਆ ਜਾਏਗਾ। ਕਿਸੇ ਨੂੰ ਸੁਣਨ ਦੀ, ਕਿਸੇ ਨੂੰ ਸਮਝਣ ਦੀ ਜ਼ਰੂਰਤ ਨਹੀਂ। ਜੇ ਤੁਸੀਂ ਸਿੱਖੀ ਸਿਧਾਂਤ ਜਾਣਦੇ ਹੋ ਤੇ ਇਹਨਾਂ ਲੋਕਾਂ ਦਾ ਸੱਚ ਵੀ ਤੁਸੀਂ ਜਾਣ ਲਓਗੇ। ਇਹ ਸਭ ਕੁਝ ਦੋ ਦੇਸ਼ਾਂ ਦਾ ਡਿਸਪਿਊਟ, ਲੋਕਾਂ ਦੇ ਏਜੰਡੇ, ਇਹਦੇ ਵਿੱਚ ਪਿਸ ਕੌਣ ਰਿਹਾ? ਪਿਸ ਆਮ ਲੋਕ ਰਹੇ ਨੇ। ਉਹ ਆਮ ਲੋਕ, ਉਹ ਸਟੂਡੈਂਟ ਜਿਹੜੇ 20-25 ਲੱਖ ਲਾ ਕੇ ਆਪਣੇ ਪਿਓ ਦਾਦਿਆਂ ਦੇ ਬਣਾਈਆਂ ਹੋਈਆਂ ਜ਼ਮੀਨਾਂ ਵਿੱਚ ਕੈਨੇਡਾ ਵਰਗੇ ਦੇਸ਼ਾਂ ਵਿੱਚ ਗਏ ਨੇ, ਜਿਨ੍ਹਾਂ ਨੂੰ ਉਮੀਦ ਹੈ ਕਿ 4 ਪੈਸੇ ਕਮਾ ਕੇ ਆਪਣੇ ਵਤਨ ਮੁੜਾਂਗੇ ਜਾਂ ਆਪਣੇ ਮਾਪਿਆਂ ਨੂੰ ਆਪਣੇ ਕੋਲ ਸੱਦਾਂਗੇ। ਤੁਸੀਂ ਆਪ ਸੋਚ ਕੇ ਵੇਖੋ, ਸਾਨੂੰ ਨਹੀਂ ਪਤਾ ਇਹ ਡਿਸਪਿਊਟ ਕਿੰਨਾ ਸਮਾਂ ਚੱਲਣਾ ਹੈ, ਇਹ ਵੀਜ਼ੇ ਕਿੰਨਾ ਚਿਰ ਬੰਦ ਰਹਿਣੇ ਨੇ। ਕਿਸੇ ਦੀ ਮਾਂ, ਕਿਸੇ ਦਾ ਪਿਓ ਜੇ ਅਕਾਲ ਚਲਾਣਾ ਕਰ ਜਾਏ, ਉਹ ਪੁੱਤ ਆਪਣੇ ਮਾਪਿਓ ਕੋਲ ਵੀ ਨਹੀਂ ਆ ਸਕਦਾ। ਇਹਨਾਂ ਲੋਕਾਂ ਦੇ ਝੂਠੇ ਏਜੰਡੇ ਕਰਕੇ, ਦੋ ਦੇਸ਼ਾਂ ਦੀ ਵੋਟ ਬੈਂਕ ਦੀ ਪੋਲਿਟਿਕਸ ਕਰਕੇ। ਅੱਜ ਦੀ ਵੀਡੀਓ ਬੜੀ ਹੀ ਰॉ ਵੀਡੀਓ ਸੀ। ਮੈਂ ਆਪਣੇ ਓਪੀਨੀਅਨ ਨੂੰ ਸ਼ੇਅਰ ਕੀਤਾ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ, ਓਪੀਨੀਅਨ ਨਾਲ ਤੁਸੀਂ ਸਹਿਮਤ ਹੋ ਤਾਂ ਦੱਸੋ। ਇਸ ਮੁੱਦੇ ਦੇ ਉੱਤੇ ਤੁਸੀਂ ਕੀ ਸੋਚਦੇ ਹੋ, ਉਹ ਵੀ ਤੁਸੀਂ ਕਮੈਂਟ ਜ਼ਰੂਰ ਕਰੋ। ਜੇ ਵੀਡੀਓ ਚੰਗੀ ਲੱਗੀ, ਲਾਈਕ ਕਰਨਾ ਜ਼ਰੂਰ, ਕਮੈਂਟ ਕਰਨਾ ਜ਼ਰੂਰ, ਹੋਰਾਂ ਦੇ ਤੱਕ ਸਾਂਝਾ ਜ਼ਰੂਰ ਕਰਨਾ। ਇਸੇ ਤਰੀਕੇ ਨਾਲ ਐਜੂਕੇਸ਼ਨਲ ਸਿੱਖ ਹਿਸਟਰੀ, ਵਰਲਡ ਹਿਸਟਰੀ, ਇੰਡੀਅਨ ਹਿਸਟਰੀ ਦੇ ਇਹੋ ਜਿਹੇ ਐਨਾਲਿਟਿਕ ਵੀਡੀਓਜ਼ ਵੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਧੰਨਵਾਦ।